हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 7ਵੇਂ ਚੈਪਟਰ ਜਮਾਈਕਨ ਫ੍ਰੈਗਮੈਂਟ ਜਿਸ ਨੂੰ ਕਿ A.L. ਹੈਨਰਿਕਸ ਨੇ ਲਿਖਿਆ ਹੋਇਆ ਹੈ। ਇਸ ਚੈਪਟਰ ਦੀ ਅਸੀਂ ਕੰਪਰੀਹੈਂਸਿਵ ਐਨਾਲਿਸਿਸ ਅਤੇ ਐਕਸਪਲੇਨੇਸ਼ਨ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਇਹ ਤੁਹਾਡਾ ਡੀਅਰ ਟੂ ਆਲ ਦਾ ਮਿਊਜ਼ਿਕ ਦਾ 7 ਚੈਪਟਰ ਹੈ ਜਮਾਈਕਨ ਫ੍ਰੈਗਮੈਂਟ ਤੇ A.L. ਹੈਨਰਿਕਸ ਦਾ ਲਿਖਿਆ ਹੋਇਆ ਹੈ। ਤਾਂ ਪਹਿਲਾਂ A.L. ਹੈਨਰਿਕਸ ਦੇ ਬਾਰੇ ਇੰਟਰੋਡਕਟਰੀ ਪੈਰਾ ਆਪਾਂ ਪੜ੍ਹ ਲੈਂਦੇ ਹਾਂ ਕਿ ਵੈਸਟ ਇੰਡੀਅਨ ਪੋਇਟ ਐਂਡ ਸ਼ਾਰਟ ਸਟੋਰੀ ਰਾਈਟਰ। ਵੈਸਟ ਇੰਡੀਅਨ ਪੋਇਟ ਹੈ ਜੀ ਇਹ। ਵੈਸਟ ਇੰਡੀਜ਼ ਇੱਕ ਦੇਸ਼ ਦਾ ਨਾਮ ਹੈ। ਵੈਸਟ ਇੰਡੀਜ਼ ਇਹਦੀ ਕ੍ਰਿਕਟ ਟੀਮ ਵੀ ਹੈ। ਉੱਥੇ ਦੇ ਪੋਇਟ ਹੈ ਇਹ। ਤਾਂ ਉੱਥੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਆਪਾਂ ਵੈਸਟ ਇੰਡੀਅਨ ਕਹਿੰਦੇ ਆ ਅਤੇ ਇਹ ਸ਼ਾਰਟ ਸਟੋਰੀ ਰਾਈਟਰ ਹੈ, ਮਤਲਬ ਕਿ ਲਘੂ ਕਹਾਣੀਆਂ ਲਿਖਦੇ ਆ। In order to understand this story, you need to know something about the historical background of the West Indies. ਕਹਿੰਦੇ ਇਸ ਸਟੋਰੀ ਨੂੰ ਸਮਝਣ ਦੇ ਲਈ in order to understand this story ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਵੈਸਟ ਇੰਡੀਜ਼ ਦਾ ਜਿਹੜਾ ਇਤਿਹਾਸਿਕ ਬੈਕਗਰਾਉਂਡ ਕੀ ਹੈ, ਉਹਦਾ ਪਿਛੋਕੜ ਕੀ ਹੈ। ਬੈਕਗਰਾਉਂਡ ਦਾ ਮਤਲਬ ਹੁੰਦਾ ਹੈ ਪਿਛੋਕੜ। The West Indian islands including Jamaica were discovered and conquered by the Spaniards. ਥੋੜਾ ਜਿਹਾ ਇਤਿਹਾਸਿਕ ਪਿਛੋਕੜ ਵੱਲ ਜਾਂਦੇ ਆ। ਜਿਹੜਾ ਵੈਸਟ ਇੰਡੀਜ਼ ਹੈ ਨਾ, ਐਕਚੁਅਲੀ ਇਹ ਇੱਕ ਆਈਲੈਂਡ ਹੈ, ਟਾਪੂ ਹੈ ਇਹ। ਇਹਦੇ ਨਾਲ ਦਾ ਇੱਕ ਹੋਰ ਦੇਸ਼ ਹੈ ਜਮਾਇਕਾ। ਜਮਾਇਕਾ ਵੀ ਇੱਕ ਦੇਸ਼ ਹੈ, ਉੱਥੇ ਦੇ ਐਥਲੀਟ ਬੜੇ ਪਪੂਲਰ ਹੈ, ਬੜੇ 골ਡ ਮੈਡਲ ਲੈਂਦੇ ਹੈ ਜਮਾਇਕਾ ਦੇ। ਜਮਾਇਕਾ ਵੀ ਨੀਗਰੋ ਦੇਸ਼ ਹੈ, ਜਿਵੇਂ ਵੈਸਟ ਇੰਡੀਜ਼ 'ਚ ਨੀਗਰੋ ਲੋਕ ਰਹਿੰਦੇ ਆ ਨਾ। ਤਾਂ ਇਹਨਾਂ ਨੂੰ ਕਿਸੇ ਟਾਈਮ ਲੱਭਿਆ ਗਿਆ ਸੀ। ਡਿਸਕਵਰਡ ਦਾ ਮਤਲਬ ਲੱਭਿਆ ਜਾਣਾ ਅਤੇ ਕੌਨਕਰਡ ਦਾ ਮਤਲਬ ਹੁੰਦਾ ਹੈ ਜਿੱਤਿਆ ਜਾਣਾ। ਤੇ ਇਹਨਾਂ ਨੂੰ ਜਿੱਤਿਆ ਗਿਆ ਸੀਗਾ ਇਹਨਾਂ ਦੁਆਰਾ ਸਪੈਨੀਆਰਡ ਸਪੇਨ ਦੇ ਲੋਕਾਂ ਨੂੰ ਕਿਹਾ ਗਿਆ ਹੈ ਜੀ। ਸਪੇਨ ਵੀ ਇੱਕ ਦੇਸ਼ ਹੈ ਬੇਟਾ, ਇਹ ਯੂਰਪ ਦਾ ਦੇਸ਼ ਹੈ ਸਪੇਨ। ਤਾਂ ਉਹਦੇ ਲੋਕਾਂ ਨੂੰ ਸਪੈਨੀਆਰਡਸ ਕਿਹਾ ਗਿਆ। The local population was exterminated and replaced by the slave labor from Africa. ਦੇਖੋ ਜਦੋਂ ਸਪੇਨੀਆਂ ਨੇ ਇਹਨਾਂ ਦੇਸ਼ਾਂ ਤੇ ਹਮਲਾ ਕਰਿਆ, ਜਿੱਤ ਲਿਆ, ਤਾਂ ਜਿਹੜੀ ਉੱਥੇ ਦੀ ਲੋਕਲ ਪਾਪੂਲੇਸ਼ਨ ਸੀ ਉਸ ਸਮੇਂ ਦੀ, ਜਿਹੜੀ ਲੋਕ ਉੱਥੇ ਰਹਿੰਦੇ ਸੀ ਜਮਾਇਕਾ 'ਚ, ਉਹਨਾਂ ਨੂੰ ਮਾਰ ਦਿੱਤਾ ਗਿਆ। ਐਕਸਟਰਮੀਨੇਟਡ ਦਾ ਮਤਲਬ ਹੁੰਦਾ ਹੈ ਖਤਮ ਕਰ ਦੇਣਾ, ਅਤੇ ਉਹਨਾਂ ਦੀ ਲੋਕਾਂ ਨੂੰ ਰਿਪਲੇਸ ਕਰ ਦਿੱਤਾ ਗਿਆ। ਰਿਪਲੇਸ ਦਾ ਮਤਲਬ ਕਿ ਚੇਂਜ ਕਰਤਾ। ਸਲੇਵ ਲੇਬਰ ਫਰੋਮ ਅਫਰੀਕਾ ਚੋਂ ਲੋਕ ਲਿਆਂਦੇ ਗਏ, ਸਲੇਵ ਦਾਸ ਲਿਆਂਦੇ ਗਏ, ਸਲੇਵ ਲੇਬਰ ਦਾਸ ਬਣਾ ਕੇ ਉੱਥੇ ਦੇ ਲੋਕ ਲਿਆਂਦੇ ਗਏ। ਉੱਥੇ ਉਹਨਾਂ ਨੂੰ ਆ ਕੇ ਵਸਾਇਆ ਗਿਆ। ਕਿੱਥੇ? ਜਮਾਇਕਾ 'ਚ। ਉੱਥੇ ਦੇ ਲੋਕਾਂ ਨੂੰ ਤਾਂ ਮਾਰਤਾ। ਹੁਣ ਕੰਮ ਕਰਨ ਲਈ ਤਾਂ ਉੱਥੇ ਕੁਝ ਲੋਕ ਹੋਣੇ ਚਾਹੀਦੇ ਨੇ। ਉਹ ਲੋਕ ਕਿੱਥੋਂ ਆਏ? ਅਫਰੀਕਾ ਚੋਂ। ਉਹ ਅਫਰੀਕਾ ਦੇ ਲੋਕ ਕਿਹੜੇ ਸੀਗੇ? ਸਲੇਵ ਦਾਸ ਲੋਕ, ਬੰਧਕ ਬਣਾ ਕੇ ਉਹਨਾਂ ਨੂੰ ਲੈ ਕੇ ਆਂਦਾ ਗਿਆ। ਇਨ ਆਲ ਦੀ ਆਈਲੈਂਡਸ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈਜ਼ ਬੀਨ ਅ ਪ੍ਰੋਬਲਮ। ਕਹਿੰਦੇ ਸਾਰੇ ਟਾਪੂਆਂ 'ਚ, ਵੈਸਟ ਇੰਡੀਜ਼ ਹੋਵੇ ਚਾਹੇ ਜਮੈਕਾ ਹੋਵੇ, ਇਹਨਾਂ ਦੇ ਵਿੱਚ ਇੱਕ ਪ੍ਰੋਬਲਮ ਜਿਹੜੀ ਹੈ ਰਹੀ ਹੈ ਹਮੇਸ਼ਾ, ਉਹ ਹੈ ਰੇਸ਼ੀਅਲ ਡਿਸਕ੍ਰਿਮੀਨੇਸ਼ਨ। ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜੀ ਨਸਲੀ ਵਿਤਕਰਾ। ਯਾਦ ਕਰੋ ਤੁਸੀਂ +1 ਕਲਾਸ ਦੇ ਵਿੱਚ ਜੈਂਡਰ ਬਾਇਸ ਪੜ੍ਹਿਆ ਸੀ, ਜਿਸ ਦੇ ਵਿੱਚ ਜੈਂਡਰ ਡਿਸਕ੍ਰਿਮੀਨੇਸ਼ਨ ਸੀ, ਇਸਤਰੀਆਂ ਤੇ ਪੁਰਸ਼ਾਂ ਸੰਬੰਧੀ ਵਿਤਕਰੇ ਦਾ ਜ਼ਿਕਰ ਸੀ। ਇਸ ਚੈਪਟਰ ਦੇ ਵਿੱਚ ਕੀ ਹੈ? ਰੇਸ਼ੀਅਲ ਡਿਸਕ੍ਰਿਮੀਨੇਸ਼ਨ, ਨਸਲੀ ਵਿਤਕਰਾ। ਐਂਡ ਕੰਟੀਨਿਊਸ ਟੂ ਬੀ ਵਨ, ਅਤੇ ਹੁੰਦਾ ਰਿਹਾ। ਯਾਨੀ ਕਿ ਇਹ ਉਦੋਂ ਵੀ ਸੀ, ਹੁਣ ਵੀ ਹੈ, ਅੱਜ ਵੀ ਉੱਥੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਕਿਉਂ? ਕਿਉਂਕਿ ਉੱਥੇ ਦੇਖੋ ਸਪੇਨ ਲੋਕ ਕਿਹੜੇ ਸੀ? ਅੰਗਰੇਜ਼ ਲੋਕ ਸੀਗੇ। ਸਪੇਨੀ ਯੂਰਪੀਅਨ ਲੋਕ ਸੀ ਨਾ, ਅੰਗਰੇਜ਼ ਲੋਕ ਸੀਗੇ, ਵਾਈਟ ਸੀਗੇ, ਵਾਈਟ ਪੀਪਲ। ਤਾਂ ਉਹਨਾਂ ਨੇ ਉੱਥੇ ਜਾ ਕੇ ਬਲੈਕ ਪੀਪਲ ਦੇ ਉੱਪਰ ਕਬਜ਼ਾ ਕਰ ਲਿਆ। ਤੇ ਉਹੀ ਬਲੈਕ ਵਾਈਟ ਵਾਲੀ ਜਿਹੜੀ ਵਿਤਕਰਾ ਹੈ ਉਹ ਉਦੋਂ ਵੀ ਚੱਲਿਆ, ਹੁਣ ਵੀ ਚੱਲ ਰਿਹਾ। ਹੁਣ ਵੀ ਉਹਨਾਂ ਦੇਸ਼ਾਂ ਦੇ ਵਿੱਚ ਮਤਲਬ ਜਿਹੜੇ ਵਾਈਟ ਪੀਪਲ ਹੈ ਤੇ ਜਿਹੜੇ ਬਲੈਕ ਪੀਪਲ ਹੈ, ਉਹਨਾਂ ਦੇ ਵਿਚਕਾਰ ਇਹ ਡਿਸਕ੍ਰਿਮੀਨੇਸ਼ਨ ਵਿਤਕਰਾ ਚੱਲੀ ਜਾ ਰਹੀ। ਰੀਡ ਦਾ ਸਟੋਰੀ ਕੀਪਿੰਗ ਥੀਸ ਫੈਕਟਸ ਇਨ ਮਾਈਂਡ। ਕਹਿੰਦੇ ਜਦੋਂ ਤੁਸੀਂ ਇਹ ਸਟੋਰੀ ਪੜ੍ਹਨੀ ਹੈ ਤਾਂ ਤੁਸੀਂ ਆਪਣੇ ਮਾਈਂਡ ਦੇ ਵਿੱਚ ਇਹ ਫੈਕਟਸ, ਇਹ ਗੱਲਾਂ, ਇਹ ਤੱਥ ਧਿਆਨ 'ਚ ਰੱਖਣੇ ਆ। ਫੈਕਟਸ ਦਾ ਮਤਲਬ ਇੱਥੇ ਕੀ ਹੈ? ਤੱਥ। ਕਿ ਸਾਨੂੰ ਇਹ ਸਟੋਰੀ ਪੜ੍ਹਨ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜਿਸ ਜਗ੍ਹਾ ਦੀ ਸਟੋਰੀ ਪੜ੍ਹ ਰਹੇ ਹਾਂ ਉਹਦਾ ਹਿਸਟੋਰੀਕਲ ਬੈਕਗਰਾਉਂਡ ਕੀ ਹੈ। ਹਿਸਟੋਰੀਕਲ ਬੈਕਗਰਾਉਂਡ ਇਹ ਹੈ ਕਿ ਜਮਾਇਕਾ ਦੇ ਵਿੱਚ ਅੰਗਰੇਜ਼ਾਂ ਨੇ ਕਿਸੇ ਸਮੇਂ ਰਾਜ ਕਰਿਆ ਸੀ। ਨੈਚੁਰਲੀ ਉੱਥੇ ਆ ਕੇ ਅੰਗਰੇਜ਼ ਲੋਕ ਵਸ ਗਏ, ਬਲੈਕ ਲੋਕ ਉੱਥੇ ਪਹਿਲਾਂ ਹੀ ਸੀਗੇ, ਤੇ ਬਲੈਕ ਪੀਪਲ ਤੇ ਵਾਈਟ ਪੀਪਲ ਦੇ ਵਿੱਚ ਜਿਹੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈ ਇਹ ਉਦੋਂ ਚੱਲੀ, ਹੁਣ ਤੱਕ ਜਾਰੀ ਹੈ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਟਰਮ 1 ਦੇ ਸਿਲੇਬਸ ਦੇ ਕਾਫੀ ਚੈਪਟਰਸ ਆਲਰੇਡੀ ਕਰ ਲਏ ਹਨ। ਤਾਂ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਕੁਝ
ਤਾਂ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਕੁਝ ਚੈਪਟਰ, ਜਿਵੇਂ ਕਿ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਦੂਸਰਾ ਚੈਪਟਰ ਆ ਮੋਸਟ ਫॉरगिविंग ਏਪ, ਤੀਸਰਾ ਚੈਪਟਰ ਆ ਯੰਗ ਟਰਕਿਸ਼ ਕੈਟਾਸਟ੍ਰਫੀ, ਚੌਥਾ ਚੈਪਟਰ ਆ ਟਾਈਨੀ ਸੈਂਚੁਰੀ ਅਤੇ ਪੰਜਵਾਂ ਚੈਪਟਰ ਮਨੋ ਮਾਜਰਾ ਅਸੀਂ ਆਲਰੇਡੀ ਕੰਪਲੀਟ ਕਰ ਲਏ ਨੇ। ਮੈਂ ਇਹਨਾਂ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਐਨਾਲਿਸਿਸ ਅਤੇ ਕੁਐਸਚਨ ਆਨਸਰਸ ਦੇ ਵੀਡੀਓਜ਼ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਤੁਹਾਡੀ ਦੂਸਰੀ ਬੁੱਕ ਦਾ ਲਿਟਰੇਰੀ ਪੈਟਲਸ ਦੇ ਕਈ ਚੈਪਟਰ, ਜਿਵੇਂ ਕਿ ਪਹਿਲਾ ਚੈਪਟਰ ਹੈ ਤੁਹਾਡਾ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਚੌਥਾ ਚੈਪਟਰ ਦਾ ਗੈਂਬਲਿੰਗ ਮੈਚ ਅਤੇ ਸੱਤਵਾਂ ਚੈਪਟਰ ਦਾ ਇਟਰਨਲ ਵਾਈ, ਤਾਂ ਇਹਨਾਂ ਤਿੰਨਾਂ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਐਨਾਲਿਸਿਸ ਅਤੇ ਕੁਐਸਚਨ ਆਨਸਰਸ ਦੇ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਇਸ ਬੁੱਕ ਦੇ ਵਿੱਚ ਮੌਜੂਦ ਕਈ ਸਾਰੀਆਂ ਪੋਇਮਸ, ਜਿਵੇਂ ਕਿ ਤੁਹਾਡੀ ਪਹਿਲੀ ਪੋਇਮ ਹੈ ਬਾਰਡਰ ਗਾਰਡ, ਦੂਸਰੀ ਪੋਇਮ ਹੈ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਤੀਸਰੀ ਪੋਇਮ ਦਾ ਕੁਆਲਿਟੀ ਆਫ ਮਰਸੀ ਅਤੇ ਚੌਥੀ ਪੋਇਮ ਦਾ ਫੈਂਸੀ ਡਰੈਸ ਸ਼ੋ। ਤਾਂ ਇਹ ਸਾਰੀਆਂ ਪੋਇਮਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਪੈਰਾਫਰੇਜ਼ ਅਤੇ ਕੁਐਸਚਨ ਆਨਸਰਸ ਆਲਰੇਡੀ ਅਸੀਂ ਕਵਰ ਕਰ ਲਏ ਹਨ। ਤਾਂ ਉਮੀਦ ਹੈ ਬੱਚਿਓ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਜਿਹੜਾ ਤੁਹਾਡੀ ਇਹ ਐਸੇ ਹੈ ਬੇਟਾ, ਇਹ ਇੱਕ ਉਵੇਂ ਜਿਵੇਂ ਪਹਿਲਾਂ ਆਏ ਨੇ ਪੈਰਿਆਂ ਦੀ ਸ਼ੇਪ 'ਚ ਹੈ, ਤਾਂ ਪਹਿਲਾਂ ਆਪਾਂ ਪੈਰਾਗ੍ਰਾਫ ਕਰਦੇ ਹਾਂ ਕਿ ਐਵਰੀ ਡੇ ਆਈ ਵਾਕ ਅ ਹਾਫ ਮਾਈਲ ਫਰੋਮ ਮਾਈ ਹੋਮ ਟੂ ਦਾ ਟ੍ਰੈਮ ਕਾਰ ਲਾਈਨਸ ਇਨ ਦਾ ਮਾਰਨਿੰਗ। ਇੱਥੇ ਆਏ ਦਾ ਮਤਲਬ ਜਿਹੜੇ ਸਾਡੇ ਰਾਈਟਰ ਨੇ A.L. ਹੈਨਰਿਕਸ, ਉਹਨਾਂ ਤੋਂ ਹੈ। ਰਾਈਟਰ ਆਪਣੀ ਗੱਲ ਕਰ ਰਹੇ ਹੈ। ਹੁਣ ਰਾਈਟਰ ਖੁਦ ਜਮੈਕਾ ਤੋਂ ਹੈ ਬਈ, ਇਹ ਧਿਆਨ ਰੱਖਣਾ ਹੈ। ਮੈਂ ਰਾਈਟਰ ਦੀ ਥੋੜੀ ਜਿਹੀ ਸਟੋਰੀ ਪੜ੍ਹੀ ਸੀ, ਤੇ ਇਹਦੇ ਜਿਹੜੇ ਪੇਰੈਂਟਸ ਸੀਗੇ ਉਹ ਜਮੈਕਾ ਤੇ ਯੂਰੋਪੀਅਨ ਸੀ, ਮਤਲਬ ਇਸ ਤਰ੍ਹਾਂ ਸੀਗੇ। ਉਹ ਖੁਦ ਇਹ ਜਮੈਕਾ ਦੇ ਰਹਿਣ ਵਾਲੇ ਹੈ। ਕਹਿੰਦੇ ਰੋਜ਼ ਮੈਂ ਆਪਣੇ ਘਰ ਤੋਂ ਹਾਫ ਮਾਈਲ ਦਾ ਮਤਲਬ ਅੱਧਾ ਮੀਲ, ਕਿ ਅੱਧਾ ਮੀਲ ਟ੍ਰੈਮ ਕਾਰ ਤੱਕ ਜਾਂਦਾ ਸੀ। ਉਹਦਾ ਟ੍ਰੈਮ ਕਾਰ ਇਨ ਦਾ ਮਾਰਨਿੰਗ, ਸਵੇਰ ਵੇਲੇ। ਟ੍ਰੈਮ ਕਾਰ ਕੀ ਚੀਜ਼ ਹੈ ਮੈਂ ਤੁਹਾਨੂੰ ਦੱਸ ਦੇਣਾ ਬੇਟਾ, ਇਹ ਨਾ ਆਪਣੇ ਤਾਂ ਨਹੀਂ ਹੈਗੀ ਇੱਥੇ। ਜੇ ਤੁਸੀਂ ਲੰਡਨ 'ਚ ਦੇਖੋ ਤਾਂ ਉੱਥੇ ਨਾ ਸੜਕਾਂ ਦੇ ਉੱਪਰ ਹੀ ਰੇਲਵੇ ਟਰੈਕ ਵਿਛੇ ਹੋਏ ਹੈ, ਛੋਟੀਆਂ ਛੋਟੀਆਂ ਗੱਡੀਆਂ ਡੱਬੇ ਵਾਲੀਆਂ ਚੱਲਦੀਆਂ ਉੱਥੇ, ਇੱਕ ਇੱਕ ਡੱਬਾ ਹੀ ਹੁੰਦਾ ਹੈ, ਉਹ ਚੱਲਦਾ ਹੈ, ਉਹਨੂੰ ਟ੍ਰੈਮ ਕਾਰ ਕਹਿੰਦੇ ਆ। ਬਾਜ਼ਾਰਾਂ ਦੇ ਵਿੱਚੋਂ ਵੀ ਲੰਘਦੀਆਂ ਉਹ, ਮਤਲਬ ਪੂਰੀ ਵੱਡੀ ਟ੍ਰੇਨ ਨਹੀਂ ਹੁੰਦੀ, ਛੋਟਾ ਜਿਹਾ ਡੱਬਾ ਹੁੰਦਾ ਹੈ, ਤਾਂ ਟ੍ਰੈਮ ਕਾਰ ਉਹਨੂੰ ਕਹਿੰਦੇ ਆ ਜੀ। ਟਰੈਕਸ ਤੇ ਚੱਲਦੀਆਂ ਇਹ। ਤਾਂ ਟ੍ਰੈਮ ਕਾਰ ਵੱਲ ਮੈਂ ਜਾਂਦਾ ਸੀ, ਤੇ ਟ੍ਰੈਮ ਕਾਰ ਮੇਰੇ ਘਰ ਤੋਂ ਕਿੰਨੀ ਦੂਰ ਸੀ? ਅੱਧਾ ਮੀਲ। ਮਾਰਨਿੰਗ ਵੇਲੇ ਮੈਂ ਜਾਂਦਾ, ਐਂਡ ਫਰੋਮ ਦਾ ਲਾਈਨਸ ਟੂ ਮਾਈ ਹੋਮ ਇਨ ਦਾ ਈਵਨਿੰਗ, ਸ਼ਾਮ ਨੂੰ ਮੈਂ ਫਿਰ ਲਾਈਨਸ ਤੋਂ ਵਾਪਸ ਆ ਜਾਂਦਾ। ਇੱਥੇ ਲਾਈਨਸ ਕਿਹਨੂੰ ਕਹਿ ਰਿਹਾ? ਉਹ ਟਰੈਕਸ ਨੂੰ ਕਹਿ ਰਹੇ ਆ ਜਿਹਦੇ ਉੱਪਰ ਟ੍ਰੈਮ ਕਾਰ ਚੱਲਦੀ ਹੈ। ਦਾ ਵਾਕ ਇਜ਼ ਪਲੇਜ਼ੈਂਟ, ਕਿ ਜਿਹੜੀ ਮੇਰੀ ਵਾਕ ਹੁੰਦੀ ਸੀ ਉਹ ਬੜੀ ਵਧੀਆ ਹੁੰਦੀ ਸੀ। ਪਲੇਜ਼ੈਂਟ ਦਾ ਮਤਲਬ ਸੁਹਾਵਣੀ, ਵਾਕ ਕਰਨਾ ਪਸੰਦ ਸੀਗਾ। The road on either side is flanked by red and green roofed bungalows, green lawns and gardens. ਹੁਣ ਜਦੋਂ ਮੈਂ ਵਾਕ ਕਰਦਾ ਜਾਂਦਾ ਟ੍ਰੈਮ ਕਾਰ ਤੱਕ ਜਾਂ ਟ੍ਰੈਮ ਕਾਰ ਤੋਂ ਵਾਪਸ ਘਰ ਤੱਕ ਆਂਦਾ, ਤਾਂ ਉਸ ਰੋਡ ਦੇ ਦੋਨਾਂ ਪਾਸੇ, ਈਦਰ ਸਾਈਡ, ਦੋਵਾਂ ਪਾਸੇ ਲਾਲ ਅਤੇ ਹਰੀਆਂ ਛੱਤਾਂ ਵਾਲੇ ਬੰਗਲੇ ਹੁੰਦੇ ਸੀ। ਰੈਡ ਐਂਡ ਗ੍ਰੀਨ ਰੂਫਡ, ਰੂਫ ਦਾ ਮਤਲਬ ਇੱਥੇ ਛੱਤ ਨੂੰ ਕਿਹਾ ਜਾਂਦਾ ਹੈ ਜੀ। ਬੰਗਲੋ ਮਤਲਬ ਹਵੇਲੀਆਂ ਨੂੰ ਕਿਹਾ ਜਾਂਦਾ ਹੈ, ਬੰਗਲੋ ਵੱਡੇ ਘਰਾਂ ਨੂੰ ਕਿਹਾ ਜਾਂਦਾ ਹੈ ਬੰਗਲੋ। ਗ੍ਰੀਨ ਲੌਨਸ ਹੁੰਦੇ ਸੀ, ਮਤਲਬ ਹਰੇ ਭਰੇ ਲੌਨ, ਗਾਰਡਨ ਹੁੰਦੇ ਸੀ। ਉਹਦੀ ਵਾਕ ਸੀ ਇਸ ਕਰਕੇ ਬੜੀ ਪਲੇਜ਼ੈਂਟ ਸੀ। ਤਾਂ ਕੁਐਸਚਨ ਆ ਜਾਂਦਾ ਕਿ ਉਹਦੀ ਵਾਕ ਪਲੇਜ਼ੈਂਟ ਕਿਉਂ ਸੀ? ਪਲੇਜ਼ੈਂਟ ਇਸ ਕਰਕੇ ਸੀ ਕਿਉਂਕਿ ਰੋਡ ਦੇ ਦੋਵਾਂ ਪਾਸੇ ਗਾਰਡਨ ਹੈ, ਗ੍ਰੀਨ ਲੌਨਸ ਹੈ ਤੇ ਬੜੇ ਹੀ ਰੰਗ ਬਰੰਗੇ ਬੰਗਲੋਸ। ਦਾ ਐਕਸਰਸਾਈਜ਼ ਇਜ਼ ਗੁੱਡ ਫॉर ਮੀ ਐਂਡ ਨਾਓ ਐਂਡ ਦੈਨ ਆਈ ਲਰਨ ਸਮਥਿੰਗ ਫਰੋਮ ਅ ਲਿਟਲ ਇਨਸੀਡੈਂਟ। ਕਹਿੰਦੇ ਜਿਹੜੀ ਐਕਸਰਸਾਈਜ਼ ਸੀ ਮੇਰੇ ਲਈ ਵਧੀਆ ਸੀ, ਅਤੇ ਉਦੋਂ ਮੈਂ ਇੱਕ ਛੋਟੇ ਜਿਹੇ ਮੇਰੇ ਨਾਲ ਘਟਨਾ ਹੋਈ। ਇਨਸੀਡੈਂਟ ਦਾ ਮਤਲਬ ਘਟਨਾ, ਜਿਸ ਤੋਂ ਮੈਂ ਕੁਝ ਸਿੱਖਿਆ। ਆਈ ਲਰਨ ਸਮਥਿੰਗ। ਇਹ ਘਟਨਾ ਕਦੋਂ ਹੋਈ? ਜਦੋਂ ਉਹ ਵਾਕ ਕਰਦਾ ਜਾਂਦਾ ਸੀ ਆਪਣੇ ਘਰ ਤੋਂ ਟ੍ਰੈਮ ਕਾਰ ਤੱਕ ਤੇ ਟ੍ਰੈਮ ਕਾਰ ਤੋਂ ਘਰ ਤੱਕ, ਤਾਂ ਉਸ ਦੇ ਦੌਰਾਨ ਹੀ ਇਹ ਘਟਨਾ ਹੋਈ ਹੈ। ਤਾਂ ਇਸ ਚੈਪਟਰ ਦੇ ਵਿੱਚ ਉਸੇ ਘਟਨਾ ਦਾ ਜ਼ਿਕਰ ਹੈ। ਸੈਕਿੰਡ ਪੈਰਾਗ੍ਰਾਫ, one morning about halfway between my front gate and the tram track, ਕਹਿੰਦੇ ਇੱਕ ਸਵੇਰ ਮੈਂ ਆਪਣੇ ਘਰ ਤੋਂ ਚੱਲਿਆ ਹੋਇਆ ਸੀ, ਟ੍ਰੈਮ ਟਰੈਕ ਵੱਲ ਜਾ ਰਿਹਾ ਸੀ, ਅੱਧ 'ਚ ਪਹੁੰਚਿਆ ਸੀ, ਯਾਨੀ ਕਿ ਅੱਧੇ ਮੀਲ ਤੋਂ ਵੀ ਹਾਫ ਪਹੁੰਚਿਆ ਸੀਗਾ। ਉਹ ਅੱਧਾ ਮੀਲ ਸੀਗਾ ਨਾ ਉਹਦਾ ਘਰ ਟ੍ਰੈਮ ਟਰੈਕ ਤੋਂ, ਤਾਂ ਹਜੇ ਮੈਂ ਉਹ ਅੱਧਾ ਮੀਲ ਅੱਧਾ ਹੀ ਕਵਰ ਕਰਿਆ ਸੀ, ਹਾਫ ਵੇ ਸੀਗਾ ਮੈਂ ਆਪਣੇ ਘਰ ਦੇ ਫਰੰਟ ਗੇਟ ਤੇ ਟ੍ਰੈਮ ਟਰੈਕ ਤੋਂ। I noticed two little boys playing in the garden of one of the more
ਮੋਡੈਸਟ ਕਾਟੇजेस। ਹੁਣ ਤੁਹਾਨੂੰ ਪਤਾ ਹੈ ਨਾ ਕਿ ਉਸ ਰੋਡ ਦੇ ਆਲੇ ਦੁਆਲੇ ਕੀ ਸੀਗੇ, ਗਾਰਡਨਸ ਵੀ ਸੀ। ਤਾਂ ਮੈਂ ਦੋ ਛੋਟੇ ਬੱਚੇ ਇੱਕ ਗਾਰਡਨ 'ਚ ਖੇਡਦੇ ਹੋਏ ਦੇਖੇ, ਉਹਨਾਂ ਨੂੰ ਮੈਂ ਨੋਟਿਸ ਕੀਤਾ ਤੇ ਉਹ ਗਾਰਡਨ ਕਿਹਦਾ ਸੀਗਾ ਕਿ ਮੋਡੈਸਟ ਕਾਟੇजेस ਸੀਗੀਆਂ ਨਾ। ਮੋਡੈਸਟ ਦਾ ਮਤਲਬ ਤੁਸੀਂ ਕਹਿ ਸਕਦੇ ਹੋ ਸਿੰਪਲ, ਵੀ ਜਿਹੜੀਆਂ ਬਹੁਤ ਜ਼ਿਆਦਾ ਸ਼ੋਈ ਜੀ ਨਾ ਹੋਣ। ਕਾਟੇਜ ਦਾ ਮਤਲਬ ਝੌਂਪੜੀਆਂ। ਦੇਖੋ ਇੱਕ ਪਾਸੇ ਤਾਂ ਬੰਗਲੇ ਵੀ ਸੀਗੇ, ਉਹਨੇ ਕਿਹਾ ਨਾ ਕਿ ਗ੍ਰੀਨ ਐਂਡ ਰੈਡ ਰੂਫ ਬੰਗਲੋਜ਼ ਵੀ ਸੀਗੇ, ਲੇਕਿਨ ਕੁਝ ਕਾਟੇजेस ਵੀ ਸੀਗੀਆਂ ਜਿਹੜੀਆਂ ਕਿ ਬੜੀਆਂ ਸਿੰਪਲ ਜੀਆਂ ਕਾਟੇਜ, ਝੌਂਪੜੀਆਂ ਜੀਆਂ ਟਾਈਪ ਸੀਗੀਆਂ। ਉੱਥੇ ਹੋ ਸਕਦਾ ਹੈ ਕਿ ਗਰੀਬ ਲੋਕ ਰਹਿੰਦੇ ਸੀਗੇ ਜਾਂ ਜਮਾਇਕਾ ਦੇ ਜਿਹੜੇ ਬਲੈਕ ਪੀਪਲ ਸੀਗੇ ਉਹ ਰਹਿੰਦੇ ਸੀਗੇ। ਉਹਨਾਂ ਦੇ ਨਾਲ ਇੱਕ ਗਾਰਡਨ ਸੀ, ਉਹਦੇ ਵਿੱਚ ਮੈਂ ਦੋ ਬੱਚੇ ਖੇਡਦੇ ਦੇਖੇ। They were both very little boys. One was 4 years old, perhaps the other 5. ਕਹਿੰਦੇ ਉਹ ਦੋਨੇ ਛੋਟੇ ਜਿਹੇ ਬੱਚੇ ਸੀ, ਕਾਫੀ ਛੋਟੇ ਸੀ, both ਦੋਵੇਂ। ਇੱਕ ਉਹਨਾਂ ਚੋਂ 4 ਸਾਲ ਦਾ ਸੀ ਸ਼ਾਇਦ, perhaps ਦਾ ਮਤਲਬ ਇੱਥੇ ਕੀ ਹੈ, ਸ਼ਾਇਦ। ਅੰਦਾਜ਼ਾ ਲਾ ਰਹੇ ਹੈ ਕਿ ਇੱਕ ਲੜਕਾ ਉਹਨਾਂ ਚੋਂ 4 ਸਾਲ ਦਾ ਸੀ, ਦੂਸਰਾ 5 ਸਾਲ। The bigger of the two was a sturdy youngster, very dark, with a mat of coarse hair on his head and coal black eyes. ਹੁਣ ਉਹਨਾਂ ਚੋਂ ਇੱਕ ਲੜਕੇ ਦੀ ਉਹ ਡਿਸਕ੍ਰਿਪਸ਼ਨ ਦੇ ਰਿਹਾ ਹੈ ਕਿ ਉਹਨਾਂ ਤੋਂ ਜਿਹੜਾ ਵੱਡਾ ਸੀਗਾ, ਮਤਲਬ ਜਿਹੜਾ 5 ਸਾਲਾਂ ਵਾਲਾ ਸੀ, the bigger of the two, ਕਿ ਉਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਵੱਡਾ ਸੀ ਉਹ ਯੰਗਸਟਰ ਸੀ। ਯੰਗਸਟਰ ਦਾ ਮਤਲਬ ਉਹੀ ਬੱਚਾ ਸੀਗਾ ਅਜੇ, ਤੇ ਸਟਡੀ ਸੀਗਾ। ਸਟਡੀ ਦਾ ਮਤਲਬ ਹੁੰਦਾ ਬੇਟਾ ਸਟਰੋਂਗ, ਮਤਲਬ ਉਹਦਾ ਜਿਹੜੀ ਡੀਲ ਡੋਲ ਸੀ ਵਧੀਆ ਸੀਗਾ, ਸਟਰੋਂਗ ਸੀਗਾ। ਉਹ ਕਾਫੀ ਡਾਰਕ ਸੀਗਾ, ਵੈਰੀ ਡਾਰਕ ਮਤਲਬ ਬਲੈਕ ਸੀਗਾ, ਉਹ ਕਾਲੇ ਰੰਗ ਦਾ ਸੀ। ਵਿਦ ਅ ਮੈਟ ਆਫ ਕੋਆਰਸ ਹੈਰ ਔਨ ਹਿਸ ਹੈਡ, ਅਤੇ ਉਸਦੇ ਹੈਡ ਦੇ ਉੱਪਰ ਉਲਝੇ ਜੇ ਵਾਲ ਸੀ। ਕੋਆਰਸ ਦਾ ਮਤਲਬ ਜਿਹੜੇ ਵਹੇ ਹੋਏ ਜੇ ਨਾ ਹੋਣ, ਹੈ ਨਾ, ਠੀਕ ਜਰਾ ਕਰਕੇ ਨਾ ਰੱਖੇ ਹੋਣ ਕਿਸੇ ਨੇ, ਤਾਂ ਉਹਨੂੰ ਆਪਾਂ ਕੋਆਰਸ ਹੈਰ ਕਹਿੰਦੇ ਹਾਂ। ਅਤੇ ਉਸ ਦੀਆਂ ਕੋਲ ਬਲੈਕ ਆਈ ਸੀ, ਬਿਲਕੁਲ ਸਿਆਹ ਕਾਲੀਆਂ ਅੱਖਾਂ ਸੀਗੀਆਂ ਉਹਦੀਆਂ। ਤਾਂ ਉਹਨਾਂ ਚੋਂ ਜਿਹੜਾ ਵੱਡਾ ਬੱਚਾ ਹੈ ਉਹਦੀ ਡਿਸਕ੍ਰਿਪਸ਼ਨ ਹੈ ਕਿ ਦੋ ਬੱਚੇ ਸੀਗੇ, ਇੱਕ 5 ਈਅਰ ਦਾ, ਦੂਜਾ 4 ਈਅਰ ਦਾ। ਜਿਹੜਾ 5 ਈਅਰ ਵਾਲਾ ਸੀ ਉਹ ਥੋੜਾ ਜਿਹਾ ਸਟਡੀ ਸੀ, ਸਟਡੀ ਦਾ ਮਤਲਬ ਸਟਰੋਂਗ, ਕਾਫੀ ਡਾਰਕ ਸੀਗਾ ਉਹ, ਆਈਜ਼ ਵੀ ਉਹਦੀਆਂ ਡਾਰਕ ਸੀਗੀਆਂ ਤੇ ਉਹਦੇ ਕੋਆਰਸ ਹੈਰ ਸੀਗੇ। He was definitely a little Jamaican, a strong little Jamaican. ਕਹਿੰਦੇ ਉਹ ਸੱਚਮੁੱਚ, ਡੈਫੀਨੇਟਲੀ ਮਤਲਬ ਪੱਕਾ ਜਮਾਇਕਨ ਸੀਗਾ, ਪਰ ਸਟਰੋਂਗ ਸੀਗਾ। ਹੁਣ ਮੈਂ ਦੱਸਿਆ ਨਾ, ਜਿਹੜਾ ਜਮਾਇਕਾ ਜਿਹੜਾ ਦੇਸ਼ ਹੈ ਉਹਦੇ ਲੋਕਾਂ ਨੂੰ ਆਪਾਂ ਕੀ ਕਹਿੰਦੇ ਆ, ਜਮਾਇਕਨ। ਇੰਡੀਆ ਇੰਡੀਅਨ, ਜਮਾਇਕਾ ਜਮਾਇਕਨ। ਤਾਂ ਕਾਲੇ ਰੰਗ ਦਾ ਉਹ, ਤਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਮਾਇਕਾ 'ਚ ਕੌਣ ਰਹਿੰਦੇ ਆ ਜੀ, ਬਲੈਕ ਪੀਪਲ। ਤਾਂ ਉਹ ਜਿਹੜਾ ਬੱਚਾ ਹੈ ਵੱਡਾ ਵਾਲਾ 5 ਸਾਲਾਂ ਵਾਲਾ, ਉਹ ਕੌਣ ਹੈ ਜੀ, ਜਮਾਇਕਨ ਹੈ। The other little fellow was smaller but also sturdy. He was white with hazel eyes and light brown hair. ਹੁਣ ਦੂਸਰੇ ਬੱਚੇ ਦੀ ਡਿਸਕ੍ਰਿਪਸ਼ਨ ਹੈ। ਦੇਖੋ ਇਹ ਛੋਟੇ ਕੁਐਸਚਨ ਆ ਜਾਂਦੇ ਆ ਪੇਪਰ 'ਚ। ਵੱਡਾ ਬੱਚਾ ਕਿਦਾਂ ਦਾ ਸੀ, ਛੋਟਾ ਬੱਚਾ ਕਿਦਾਂ ਦਾ ਸੀ। ਜਿਹੜਾ ਛੋਟਾ ਬੱਚਾ ਸੀ ਜੋ ਸ਼ਾਇਦ 4 ਸਾਲਾਂ ਦਾ ਸੀ, ਉਹ ਕੱਦ 'ਚ ਛੋਟਾ ਸੀ, ਸਮਾਲਰ, ਸਟਡੀ ਸੀਗਾ, ਸਟਰੋਂਗ ਉਹ ਵੀ ਸੀਗਾ। ਮਤਲਬ ਇਹ ਨਹੀਂ ਸੀ ਕਿ ਉਹ ਮਾੜਾ ਸੀ, ਉਹ ਵੀ ਸਟਰੋਂਗ ਸੀਗਾ, ਤੇ ਵਾਈਟ ਸੀਗਾ। ਇਹ ਵਾਈਟ ਹੈ ਜੀ, ਅੰਗਰੇਜ਼ ਹੈ ਇਹ। ਤੇ ਉਹਦੀਆਂ ਹੈਜ਼ਲ ਆਈ ਸੀ ਨਾ, ਉਹ ਹੈਜ਼ਲ ਬੱਚੇ ਹੁੰਦੇ ਆ ਲਾਈਟ ਬਰਾਊਨ ਕਲਰ ਨੂੰ ਆਪਾਂ ਹੈਜ਼ਲ ਕਹਿੰਦੇ ਆ, ਲਾਈਟ ਬਰਾਊਨ ਕਲਰ ਨੂੰ ਹੈਜ਼ਲ ਕੁੜੀਆਂ ਦਾ ਨਾਮ ਵੀ ਹੁੰਦਾ। ਐਂਡ ਲਾਈਟ ਬਰਾਊਨ ਹੈਰ, ਅਤੇ ਉਸਦੇ ਵਾਲ ਵੀ ਲਾਈਟ ਬਰਾਊਨ ਸੀ, ਮਤਲਬ ਕਿ ਜਿਵੇਂ ਅੰਗਰੇਜ਼ਾਂ ਦੇ ਵਾਲ ਹੁੰਦੇ ਨਾ ਲਾਈਟ ਬਰਾਊਨ, ਹਲਕੇ ਜਿਹੇ ਭੂਰੇ ਜਿਹੇ ਵਾਲ ਉਦਾਂ ਦੇ। Both were dressed in blue shirts and khaki pants. ਹੁਣ ਦੋਨਾਂ ਨੇ ਕਿਹੋ ਜਿਹੇ ਕੱਪੜੇ ਪਾਏ ਹੋਏ ਆ, ਬਲੂ ਸ਼ਰਟਸ ਪਾਈਆਂ ਜੀ, ਨੀਲੀਆਂ ਸ਼ਰਟਸ ਪਾਈਆਂ ਅਤੇ ਖਾਕੀ ਪੈਂਟ ਪਾਈ ਹੈ ਦੋਨਾਂ ਨੇ। They wore no shoes and their feet were muddy. ਉਹਨਾਂ ਨੇ ਸ਼ੂਜ਼ ਨਹੀਂ ਪਾਏ ਹੋਏ, wear wore worn ਹੈ ਨਾ, wore ਇੱਥੇ verb ਹੈ। ਉਹਨਾਂ ਨੇ ਸ਼ੂਜ਼ ਨਹੀਂ ਪਾਏ ਅਤੇ ਉਹਨਾਂ ਦੇ ਫੀਟ ਨੈਚੁਰਲੀ ਜਦੋਂ ਸ਼ੂਜ਼ ਨਹੀਂ ਪਾਏ ਹੋਏ ਤਾਂ ਮੱਡੀਆਂ ਗਾਰੇ ਨਾਲ ਲਿਬੜੇ ਹੋਏ ਆ। ਮੱਡ ਤੋਂ ਮੱਡੀ ਬਣਦਾ ਜੀ, ਮੱਡ ਸ਼ਬਦ ਆਇਆ ਸੀ ਨਾ ਆਪਣਾ ਮਨੋ ਮਾਜਰਾ 'ਚ, ਮੱਡ ਸ਼ਬਦ ਕਈ ਵਾਰੀ ਆਇਆ, ਮੱਡ ਇੰਬੈਂਕਮੈਂਟ ਹੈ ਨਾ, ਤਾਂ ਮੱਡ ਤੋਂ ਮੱਡੀ ਬਣ ਗਿਆ ਜੀ। ਮੱਡ ਇਜ਼ ਅ ਨਾਊਨ, ਮੱਡ ਇਜ਼ ਐਨ ਐਡਜੈਕਟਿਵ। ਤਾਂ ਗਾਰੇ ਨਾਲ ਲਿਬੜੇ ਹੋਏ ਆ ਜੀ ਉਹਨਾਂ ਦੇ ਪੈਰ, ਕਿਉਂਕਿ ਸ਼ੂਜ਼ ਨਹੀਂ ਪਾਏ ਹੋਏ। They were not conscious of any standing there watching them. They played on. Conscious of, conscious of ਕਈ ਵਾਰੀ ਵਰਡ ਆਇਆ ਤੁਹਾਡੇ ਚੈਪਟਰਸ। conscious ਦਾ ਮਤਲਬ ਕੀ ਹੁੰਦਾ ਹੈ, ਅਵੇਅਰ, ਸਚੇਤ ਹੋਣਾ। ਤਾਂ ਉਹ ਅਵੇਅਰ ਨਹੀਂ ਸੀਗੇ ਕਿ ਕੋਈ ਖੜ ਕੇ ਉਹਨਾਂ ਨੂੰ ਦੇਖ ਰਿਹਾ ਹੈ। ਕੌਣ ਦੇਖ ਰਿਹਾ ਸੀਗਾ ਵੀ, ਰਾਈਟਰ ਹੈਨਰਿਕ ਸਾਹਿਬ ਦੇਖ ਰਹੇ ਸੀਗੇ। They were not conscious, ਇੱਥੇ ਦੇ ਦਾ ਮਤਲਬ ਕਿਹਨੂੰ ਕਿਹਾ ਗਿਆ ਨਾ, ਦੋਨਾਂ ਬੱਚਿਆਂ ਨੂੰ ਕਿਹਾ ਗਿਆ ਕਿ ਦੋਨੇ ਬੱਚੇ
ਅਵੇਅਰ ਨਹੀਂ ਸੀਗੇ, ਸਚੇਤ ਨਹੀਂ ਸੀ ਕਿ ਮੈਂ ਖੜ ਕੇ ਉਹਨਾਂ ਨੂੰ ਦੇਖ ਰਿਹਾ ਸੀ। ਦੇ ਪਲੇਡ ਔਨ, ਉਹ ਖੇਡਦੇ ਰਹੇ। ਦ ਗੇਮ ਇਫ ਇਟ ਕੁਡ ਬੀ ਕਾਲਡ ਅ ਗੇਮ ਵਾਜ਼ ਨॉट ਇਲੈਬੋਰੇਟ। ਇਹ ਲਾਈਨ ਸਮਝੋ। ਕਹਿੰਦੇ ਜੇ ਜਿਹੜੀ ਉਹ ਗੇਮ ਖੇਡ ਰਹੇ ਸੀ, ਦੋ ਬੱਚੇ ਹੈ, ਛੋਟੇ ਜਿਹੇ ਬੱਚੇ ਹੈ, 4-5 ਸਾਲਾਂ ਦੇ ਹੈ, ਤਾਂ ਉਹ ਜਿਹੜੀ ਗੇਮ ਖੇਡ ਰਹੇ ਸੀ, ਜੇ ਆਪਾਂ ਇਹਨਾਂ ਨੂੰ ਕਹਿ ਦਈਏ ਕਿ ਕੋਈ ਗੇਮ ਸੀਗੀ ਪਰ ਇਹ ਇਲੈਬੋਰੇਟ ਨਹੀਂ ਸੀ। ਇਲੈਬੋਰੇਟ ਦਾ ਮਤਲਬ ਪਲਾਨ ਨਹੀਂ ਸੀਗੀ। ਇਲੈਬੋਰੇਟ ਦਾ ਮਤਲਬ ਹੁੰਦਾ ਪਲਾਨਡ, ਕਿ ਪਹਿਲਾਂ ਤੋਂ ਕੋਈ ਪਲੈਨਿੰਗ ਕਰਕੇ ਨਹੀਂ ਸੀ ਖੇਲ ਰਹੇ ਉਹ। ਹੁਣ ਉਹ ਗੇਮ ਕਿਹੜੀ ਹੈ, ਇਹਦੇ ਬਾਰੇ ਹੈ। ਹੁਣ ਇਹ ਕੁਐਸਚਨ ਬੜਾ ਇੰਪੋਰਟੈਂਟ ਹੈ ਜੀ। ਤੇ ਜਿਹੜੀਆਂ ਆਨਲਾਈਨ ਤੁਹਾਨੂੰ ਆ ਰਹੀਆਂ ਨੇ ਕੁਐਸਚਨ ਦੇ ਸ਼ਾਰਟ ਆਨਸਰ ਟਾਈਪ ਕੁਐਸਚਨ ਆਉਂਦੇ ਨਾ, ਡੀਅਰ ਟੂ ਆਲ ਦਾ ਮਿਊਜ਼ਿਕ ਦੇ, ਉਹਦੇ ਚ ਵੀ ਆਓ। ਹੁਣ ਉਹ ਗੇਮ ਕਿਹੜੀ ਖੇਡ ਰਹੇ ਸੀ? The little white boy strode imperiously up and down and every now and then shouted imperiously at his bigger playmate। ਹੁਣ ਤੁਹਾਨੂੰ ਪਤਾ ਨਾ ਜਿਹੜਾ ਬਲੈਕ ਬॉय ਹੈ ਉਹ ਬਿਗਰ ਹੈ, ਵੱਡਾ ਨਾ, ਉਹ ਜਿਹੜਾ ਵਾਈਟ ਬॉय ਹੈ ਉਹ ਸਮਾਲਰ ਹੈ। ਇਹ ਧਿਆਨ ਰੱਖਿਓ। ਹੁਣ ਜਿਹੜਾ ਛੋਟਾ ਵਾਈਟ ਬॉय ਹੈ ਸਟਰੋਡ, ਸਟਰੋਡ ਦਾ ਮਤਲਬ ਹੁੰਦਾ ਬੇਟਾ ਤੁਰਨਾ, ਲੰਬੇ ਲੰਬੇ ਪੱਗ ਲੈ ਕੇ ਤੁਰਨਾ। ਸਟਰਾਈਡ ਦੀ ਦੂਜੀ ਵਰਬ ਹੈ ਇਹ। ਇੰਪੀਰੀਅਸਲੀ ਸ਼ਬਦ ਤੁਹਾਡੀ ਗਲੋਸਰੀ ਚ ਵੀ ਹੈ। ਇਨ ਅ ਡੋਮੀਨੇਟਿੰਗ ਮੈਨਰ ਲਾਈਕ ਅ ਡਿਕਟੇਟਰ। ਡਿਕਟੇਟਰ ਦਾ ਮਤਲਬ ਹੁੰਦਾ ਬੇਟਾ ਤਾਨਾਸ਼ਾਹ। ਜਿਵੇਂ ਤਾਨਾਸ਼ਾਹ ਹੁੰਦਾ ਨਾ, ਰਾਜਾ ਹੁੰਦਾ ਕੋਈ, ਉਹ ਤੁਰਦਾ ਹੁੰਦਾ ਐ ਕਰਕੇ, ਉਹਨੂੰ ਕਹਿੰਦੇ ਨੇ ਜੀ ਇੰਪੀਰੀਅਸਲੀ। ਇੰਪੀਰੀਅਸਲੀ ਦਾ ਮਤਲਬ ਤਾਨਾਸ਼ਾਹ ਵਾਂਗੂ। ਤਾਂ ਜਿਹੜਾ ਛੋਟਾ ਵਾਈਟ ਲੜਕਾ ਹੈ ਉਹ ਇੰਪੀਰੀਅਸਲੀ ਲਾਈਕ ਅ ਡਿਕਟੇਟਰ ਤੁਰ ਰਿਹਾ ਹੈ, ਅਪ ਐਂਡ ਡਾਊਨ, ਇੱਧਰ ਉੱਧਰ, ਐਂਡ ਐਵਰੀ ਨਾਓ ਐਂਡ ਦੈਨ, ਮਤਲਬ ਤੁਰੀ ਜਾ ਰਿਹਾ ਹੈ ਉਹ। ਦੇਖੋ ਅਪ ਐਂਡ ਡਾਊਨ ਤੇ ਨਾਓ ਐਂਡ ਦੈਨ ਇਹ ਦੋਨੇ ਫਰੇਜ਼ ਹੈ। ਅਪ ਐਂਡ ਡਾਊਨ ਦਾ ਮਤਲਬ ਹੁੰਦਾ ਇੱਧਰ ਉੱਧਰ, ਨਾਓ ਐਂਡ ਦੈਨ ਮਤਲਬ ਲਗਾਤਾਰ ਤੁਰੀ ਜਾ ਰਿਹਾ ਹੈ। ਅਤੇ ਉਹ ਸ਼ਾਊਟਿਡ ਇੰਪੀਰੀਅਸਲੀ, ਇੰਪੀਰੀਅਸਲੀ ਸ਼ਬਦ ਫਿਰ ਆ ਗਿਆ, ਫਿਰ ਉਹ ਤਾਨਾਸ਼ਾਹ ਵਾਂਗੂ ਸ਼ਾਊਟ ਕਰ ਰਿਹਾ, ਚਿੱਲਾ ਰਿਹਾ। ਕਿਹਦੇ ਤੇ? ਐਟ ਹਿਸ ਬਿਗਰ ਪਲੇਮੇਟ, ਆਪਣੇ ਤੋਂ ਵੱਡੇ ਸਾਥੀ ਤੇ। ਪਲੇਮੇਟ ਦਾ ਮਤਲਬ ਹੁੰਦਾ ਬੇਟਾ ਜਿਹੜਾ ਤੁਹਾਡੇ ਨਾਲ ਖੇਡਦਾ ਨਾ, ਖੇਡਾਂ 'ਚ ਸਾਥੀ, ਉਹਨੂੰ ਆਪਾਂ ਪਲੇਮੇਟ ਕਹਿੰਦੇ ਆ। ਕਲਾਸਮੇਟ ਕਿਹਨੂੰ ਕਹਿੰਦੇ ਆ? ਜਿਹੜਾ ਤੁਹਾਡੇ ਨਾਲ ਕਲਾਸ 'ਚ ਪੜ੍ਹਦਾ ਹੈ। ਤੇ ਪਲੇਮੇਟ ਜਿਹੜਾ ਤੁਹਾਡੇ ਨਾਲ ਖੇਡਾਂ 'ਚ ਖੇਡਦਾ ਹੈ, ਸਾਥੀ, ਉਹ ਪਲੇਮੇਟ ਹੋ ਗਿਆ, ਕਲਾਸਮੇਟ ਹੋ ਗਿਆ। The little brown boy shuffled along quietly behind him and he did what he was told। ਹੁਣ ਜਿਹੜਾ ਛੋਟਾ ਬਰਾਊਨ ਬॉय ਹੈ, ਬਰਾਊਨ ਬॉय ਦਾ ਮਤਲਬ ਉਹੀ ਬਲੈਕ ਲੜਕਾ ਜਿਹੜਾ ਹੈ, ਜੋ ਵੈਸੇ ਤਾਂ ਵੱਡਾ ਉਤੋਂ ਬਿਗਰ ਹੈ, ਲੇਕਿਨ ਉਹ ਸ਼ਫਲ ਮਤਲਬ ਹਿਲਜੁਲ ਰਿਹਾ ਹੈ ਉਹਦੇ ਪਿੱਛੇ, ਬਿਹਾਈਂਡ ਹਿਮ ਚੁੱਪ ਕਰਕੇ, ਕੁਆਇਟਲੀ ਚੁੱਪ ਕਰਕੇ ਉਹਦੇ ਪਿੱਛੇ ਤੁਰ ਰਿਹਾ ਹੈ, ਅਤੇ ਉਹ ਉਹੀ ਕਰ ਰਿਹਾ ਹੈ ਜੋ ਉਸ ਨੂੰ ਕਿਹਾ ਜਾ ਰਿਹਾ ਹੈ। ਤਾਂ ਗੇਮ ਕੀ ਹੈ? ਇੱਕ ਬੰਦਾ ਤਾਨਾਸ਼ਾਹ ਵਾਂਗੂ ਰਾਜਾ ਬਣਿਆ ਹੋਇਆ, ਦੂਜਾ ਉਹਦਾ ਇੱਕ ਤਰ੍ਹਾਂ ਨਾਲ ਗੁਲਾਮ ਬਣਿਆ ਹੋਇਆ। ਤਾਂ ਰਾਜੇ ਤੇ ਗੁਲਾਮ ਵਾਲੀ ਗੇਮ ਖੇਡ ਰਹੇ ਨੇ ਦੋਨੇ ਜਣੇ। ਇਹ ਗੱਲ ਸਮਝੋ। ਇਸ ਟਾਈਮ ਡਿਕਟੇਟਰ ਕੌਣ ਬਣਿਆ ਹੋਇਆ? ਵਾਈਟ ਬॉय ਜਿਹੜਾ 4 ਸਾਲਾਂ ਦਾ ਹੈ, ਤੇ ਜਿਹੜਾ ਉਹਦਾ ਇੱਕ ਤਰ੍ਹਾਂ ਦਾ ਗੁਲਾਮ ਲਾ ਲਓ ਜੋ ਵੀ, ਉਹ ਕੌਣ ਬਣਿਆ ਹੋਇਆ? ਬਲੈਕ ਬॉय। ਹੁਣ ਦੇਖੋ ਜਿਹੜਾ ਵਾਈਟ ਬॉय ਉਹਨੂੰ ਕੀ ਕਹਿੰਦਾ? ਪਿਕ ਅਪ ਦੈਟ ਸਟਿਕ, ਉਹ ਸੋਟੀ ਚੱਕ। ਸਟਿਕ ਦਾ ਮਤਲਬ ਸੋਟੀ। ਦਾ ਡਾਰਕ ਬॉय ਪਿਕਡ ਇਟ ਅਪ। ਹੁਣ ਉਹ ਜਿਹੜਾ ਬਲੈਕ ਬॉय ਹੈ, ਡਾਰਕ ਬॉय, ਇੱਥੇ ਡਾਰਕ ਦਾ ਮਤਲਬ ਕੀ ਹੈ? ਬਲੈਕ, ਕਾਲੇ ਰੰਗ ਨੂੰ ਕਿਹਾ ਜਾਂਦਾ ਡਾਰਕ। ਤਾਂ ਉਹ ਜਿਹੜਾ ਕਾਲਾ ਲੜਕਾ ਹੈ ਉਹ ਸੋਟੀ ਚੱਕ ਲੈਂਦਾ। ਫਿਰ ਉਸ ਨੂੰ ਫਿਰ ਹੁਕਮ ਮਿਲਦਾ ਵਾਈਟ ਬॉय ਵੱਲੋਂ, ਜੰਪ ਇਨਟੂ ਦਾ ਫਲਾਵਰਸ, ਗਾਰਡਨ ਦੇ ਵਿੱਚ ਜਾ, ਫੁੱਲਾਂ ਦੇ ਵਿੱਚ ਜਾ। ਤਾਂ ਡਾਰਕ ਬॉय ਜੰਪ। ਤਾਂ ਉਸੇ ਤਰ੍ਹਾਂ ਜਿਹੜਾ ਡਾਰਕ ਬॉय ਹੈ ਉਹ ਜੰਪ ਕਰ ਰਿਹਾ ਹੈ, ਛਾਲ ਮਾਰ ਰਿਹਾ ਹੈ। ਗੈਟ ਮੀ ਸਮ ਵਾਟਰ। ਹੁਣ ਉਸ ਨੂੰ ਅਗਲੀ ਕਮਾਂਡ ਮਿਲਦੀ ਹੈ ਬਲੈਕ ਬॉय ਨੂੰ, ਮੇਰੇ ਲਈ ਪਾਣੀ ਲੈ ਕੇ ਆ। ਦਾ ਡਾਰਕ ਬॉय ਰਨ ਇਨਸਾਈਡ। ਤਾਂ ਜਿਹੜਾ ਕਾਲਾ ਲੜਕਾ ਹੈ ਉਹ ਅੰਦਰ ਜਾਂਦਾ ਹੈ। ਦਾ ਵਾਈਟ ਬॉय ਸੈਟ ਡਾਊਨ ਔਨ ਦਾ ਲੌਨ। ਅਤੇ ਵਾਈਟ ਬॉय ਰਾਜਿਆਂ ਵਾਂਗੂ ਲੌਨ 'ਚ ਬੈਠਾ ਹੈ, ਉਸ ਲਈ ਪਾਣੀ ਆ ਰਿਹਾ ਹੈ। ਹੁਣ ਜੇ ਤੁਸੀਂ ਇਹ ਦੇਖੋ, ਸੈਂਟੈਂਸਿਸ ਆਏ ਹੈ, ਪਿਕ ਅਪ ਦੈਟ ਸਟਿਕ, ਜੰਪ ਇਨਟੂ ਦਾ ਫਲਾਵਰ, ਗੈਟ ਮੀ ਸਮ ਵਾਟਰ। ਇਹ ਕਿਹੜੇ ਸੈਂਟੈਂਸ? ਇੰਪੈਰਾਟਿਵ ਸੈਂਟੈਂਸ। ਇਹ ਸਾਰੇ ਇੰਪੈਰਾਟਿਵ ਸੈਂਟੈਂਸ ਆਰਡਰ ਦੇ ਰਹੇ ਨਾ, ਤਿੰਨਾਂ 'ਚ ਆਰਡਰ ਦੇ ਰਹੇ ਆ। ਥੀਸ ਆਰ ਆਲ ਇੰਪੈਰਾਟਿਵ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ।
ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਹਾਂਜੀ, ਥਰਡ ਪੈਰਾਗ੍ਰਾਫ ਹੈ ਕਿ ਆਈ ਵਾਜ਼ ਅਮੇਜ਼ਡ, ਕਿ ਮੈਂ ਬੜਾ ਹੈਰਾਨ ਹੋਇਆ। ਅਮੇਜ਼ ਦਾ ਮਤਲਬ ਹੁੰਦਾ ਹੈ ਹੈਰਾਨ ਹੋਣਾ। Here before my eyes a white baby, for they were little more than babies, was imposing his will upon a little black boy। ਕਹਿੰਦੇ ਮੇਰੀਆਂ ਅੱਖਾਂ ਦੇ ਸਾਹਮਣੇ before my eyes ਇੱਕ ਅੰਗਰੇਜ਼ ਲੜਕਾ, ਮੇਰੇ ਹੁਣ ਉਹ ਅੰਗਰੇਜ਼ ਲੜਕੇ ਨੂੰ ਬੇਬੀ ਕਹਿ ਰਿਹਾ ਕਿਉਂਕਿ ਮੇਰੇ ਲਈ ਤਾਂ ਬੇਬੀਜ਼ ਤੋਂ ਥੋੜੇ ਜਿਹੇ ਵੱਡੇ ਹੀ ਸੀ ਨਾ, 4-5 ਸਾਲਾਂ ਦੀ ਸੀਗੇ ਉਹ। ਲਿਟਲ ਮੋਰ ਦੈਨ ਬੇਬੀਜ਼, ਬੇਬੀ ਤਾਂ ਆਪਾਂ ਆਮ ਤੌਰ ਤੇ 1-2 ਸਾਲ ਦੇ ਬੱਚੇ ਨੂੰ, 2-3 ਸਾਲ ਦੇ ਬੱਚੇ ਨੂੰ ਕਹਿੰਦੇ ਆ, ਤਾਂ ਬੇਬੀਜ਼ ਤੋਂ ਥੋੜੇ ਜਿਹੇ ਬੱਚੇ ਵੱਡੇ ਸੀਗੇ ਉਹ। ਤਾਂ ਇੱਕ ਵਾਈਟ ਲੜਕਾ ਆਪਣੀ ਵਿਲ ਦਾ ਮਤਲਬ ਹੁੰਦਾ ਜੀ ਆਪਣੀ ਮਰਜ਼ੀ, ਆਪਣੀ ਮਰਜ਼ੀ ਇੱਕ ਕਾਲੇ ਲੜਕੇ ਦੇ ਉੱਪਰ, ਬਲੈਕ ਬॉय ਦੇ ਉੱਪਰ ਥੋਪ ਰਿਹਾ ਸੀ। ਇੰਪੋਜ਼ ਦਾ ਮਤਲਬ ਹੁੰਦਾ ਥੋਪਣਾ। ਇਹੀ ਦੇਖਿਆ ਨਾ ਉਹਨੇ, ਸਟਿਕ ਲੈ ਕੇ ਆ, ਗਾਰਡਨ 'ਚ ਚਲਾ ਜਾ, ਮੇਰੇ ਲਈ ਪਾਣੀ ਲੈ ਕੇ ਆ। ਤਾਂ ਇੱਕ ਤਰੀਕੇ ਨਾਲ ਉਹ ਕੀ ਕਰ ਰਿਹਾ, ਕਮਾਂਡ ਕਰ ਰਿਹਾ ਹੈ। ਕੌਣ? ਵਾਈਟ ਬॉय। ਕਿਹਦੇ ਤੇ? ਬਲੈਕ ਬॉय ਤੇ। ਐਂਡ ਦਾ ਲਿਟਲ ਬਲੈਕ ਬॉय ਸਬਮਿਟਡ। ਅਤੇ ਜਿਹੜਾ ਛੋਟਾ ਜਿਹਾ ਲੜਕਾ ਹੈ, ਬਲੈਕ ਬॉय ਹੈ, ਉਹਦੀਆਂ ਗੱਲਾਂ ਮੰਨ ਰਿਹਾ ਹੈ। ਸਬਮਿਟ ਦਾ ਮਤਲਬ ਹੁੰਦਾ ਹੈ ਕਿਸੇ ਦੀਆਂ ਗੱਲਾਂ ਵੱਲ ਹਾਂ 'ਚ ਹਾਂ ਮਿਲਾਉਣ ਨੂੰ ਆਪਾਂ ਸਬਮਿਟ ਕਹਿੰਦੇ ਹਾਂ। I puzzled within myself as I went down the road। ਕਹਿੰਦੇ ਮੈਂ ਹੁਣ ਉਹਨਾਂ ਨੂੰ ਦੇਖ ਕੇ ਅੱਗੇ ਵਧ ਗਿਆ ਤੇ ਮੈਂ ਬੜਾ ਪਜ਼ਲਡ ਰਿਹਾ, ਮੈਨੂੰ ਬੜੀ ਮਤਲਬ ਕਿ ਉਲਝਣ 'ਚ ਰਿਹਾ, ਆਪਣੇ ਆਪ 'ਚ ਮੈਂ ਉਲਝੀ ਗਿਆ। I puzzled within myself, ਜਦੋਂ ਮੈਂ go down ਦਾ ਮਤਲਬ ਹੁੰਦਾ ਹੈ ਤੁਰਨਾ, ਜਦੋਂ ਮੈਂ ਰੋਡ ਤੇ ਤੁਰਿਆ, ਕਿਉਂਕਿ ਉਹ ਕਿੱਧਰ ਨੂੰ ਜਾ ਰਿਹਾ ਸੀ ਤੁਹਾਨੂੰ ਪਤਾ ਹੈ, ਉਹ ਘਰ ਤੋਂ ਟ੍ਰੈਮ ਕਾਰ ਵੱਲ ਜਾ ਰਿਹਾ ਸੀ ਤਾਂ ਉਧਰ ਨੂੰ ਤੁਰ ਪਿਆ ਉਹ। Could it be that the little dark boy was the son of a servant in the home and therefore he had to do the white boy's bidding? ਹੁਣ ਆਪਣੇ ਆਪ ਨੂੰ ਕੁਐਸਚਨ ਕਰ ਰਿਹਾ, ਦੇਖੋ ਕੁੜ ਤੋਂ ਸਟਾਰਟ ਹੋ ਰਿਹਾ। ਕਹਿੰਦੇ ਕੀ ਇਹ ਗੱਲ ਹੈ ਕਿ ਜਿਹੜਾ ਛੋਟਾ ਜਿਹਾ ਡਾਰਕ ਬॉय ਹੈ, ਕਾਲਾ ਲੜਕਾ ਹੈ, ਉਹ ਘਰ ਦੇ ਵਿੱਚ ਕਿਸੇ ਸਰਵੈਂਟ ਦਾ ਲੜਕਾ ਹੈ ਉਹ, ਅਤੇ ਇਸ ਕਰਕੇ ਉਹ ਉਸ ਅੰਗਰੇਜ਼ ਲੜਕੇ ਦੀ ਬਿਡਿੰਗ ਦਾ ਮਤਲਬ ਇੱਥੇ ਕਮਾਂਡ ਨੂੰ ਕਿਹਾ ਗਿਆ, ਉਹਦੇ ਹੁਕਮਾਂ ਨੂੰ ਮੰਨ ਰਿਹਾ। ਵੀ ਉਹਨੂੰ ਐਂ ਲੱਗਿਆ ਵੀ ਸ਼ਾਇਦ ਵੀ ਜਿਹੜਾ ਬਲੈਕ ਬॉय ਹੈ ਇਹ ਕਿਸੇ ਵਾਈਟ ਬॉय ਦੇ ਘਰ ਦੇ ਵਿੱਚ ਸਰਵੈਂਟ ਦਾ ਮੁੰਡਾ ਹੈ, ਉਹ ਜਿਹੜਾ ਵਾਈਟ ਬॉय ਹੈ ਉਸ ਘਰ ਦੇ ਮਾਲਕ ਦਾ ਮੁੰਡਾ ਹੈ। ਨੋ, ਫਿਰ ਉਹ ਆਨਸਰ ਦੇ ਰਿਹਾ ਨਹੀਂ, ਦੇ ਵਰ ਓਬਵੀਅਸਲੀ ਡਰੈਸਡ ਅਲਾਈਕ। ਫਿਰ ਉਹ ਕਹਿੰਦੇ ਯਾਰ ਇਹ ਗੱਲ ਨਹੀਂ ਹੋ ਸਕਦੀ, ਦੋਵਾਂ ਦੇ ਕੱਪੜੇ ਤਾਂ ਇੱਕੋ ਵਰਗੇ ਨੇ। ਯਾਦ ਕਰੋ ਪਿਛਲੇ ਪੈਰੇ 'ਚ ਆਪਾਂ ਦੇਖਿਆ ਸੀ ਨਾ ਕਿ ਉਹਨਾਂ ਨੇ ਕਿੱਦਾਂ ਦੇ ਕੱਪੜੇ ਪਾਏ ਹੋਏ ਸੀ, ਬਲੂ ਸ਼ਰਟ ਤੇ ਖਾਕੀ ਪੈਂਟ ਪਾਈ ਹੋਈ ਸੀ, ਦੋਵੇਂ ਲੜਕਿਆਂ ਦੇ ਕੱਪੜੇ ਸੇਮ ਸੀ। ਇਹਦਾ ਮਤਲਬ ਕੋਈ ਉਹਨਾਂ ਚੋਂ ਐਂ ਤਾਂ ਲੱਗ ਨਹੀਂ ਸੀ ਰਿਹਾ ਕਿ ਇੱਕ ਓਨਰ ਹੈ ਦੂਜਾ ਉਹਦਾ ਸਰਵੈਂਟ ਹੈ। तो कहना नहीं ये गल नहीं है। द लिटिल डार्क बॉय वाज ऑफ इक्वल क्लास विद हिज प्लेमेट। कहते उन्होंने कपड़ियां तो ऐ लगता सीगा भी जिहड़ा छोटा डार्क बॉय है वह अपने प्लेमेट दे बराबर की क्लास का लड़का है, मतलब वो बराबर दे परिवार का लड़का है। भी उन्होंने चो ऐ नहीं लगता कि एक सर्वेंट का मुंडा है दूजा ओनर का मुंडा है, भी ये नहीं लग रहा। अपने मन च देखो तो ख्याल आई जा रहे उन्होंने इन्होंने देख के। नो दे वर प्लेमेट्स। कहते नहीं वो तो प्लेमेट्स सीगे, वो तो खेडण वाले साथी सी एक दूजे दे, दो बच्चे खेल रहे सी। द लिटिल डार्क बॉय वाज द नेबर्स चाइल्ड। कहते लिटिल डार्क बॉय नेबर का लड़का है। नेबर का मतलब गुआंढी, गुआंढी का लड़का हो सकता है। आई वॉज श्योर ऑफ दैट। कहते मैनू इस गल की पक्की जानकारी है। श्योर का मतलब मैं पक्का यकीन है मैनू कि जो लिटिल डार्क बॉय है वह नेबर का लड़का है। नेबर का मतलब गुआंढी। Then how was it that he obeyed so faithfully the white boy's orders? ਹੁਣ ਦੇਖੋ ਉਹਦੇ ਮਨ 'ਚ ਖਿਆਲ ਆ ਰਿਹਾ ਹੈ, ਕਹਿੰਦੇ ਜੇ ਉਹਦੇ ਗੁਆਂਢੀ ਦਾ ਲੜਕਾ ਹੈ, ਦੋਵਾਂ ਦੀ ਇੱਕੋ ਹੀ ਕਲਾਸ ਹੈ, ਫਿਰ ਉਹ ਇੰਨਾ ਫੇਥਫੁਲੀ, ਇੰਨਾ ਆਗਿਆ ਨਾਲ, ਇੰਨਾ ਵਿਸ਼ਵਾਸ ਪਾਤਰ ਹੋ ਕੇ ਵਾਈਟ ਬॉय ਦੇ ਆਰਡਰਸ ਨੂੰ ਫੋਲੋ ਕਿਉਂ ਕਰ ਰਹੇ? ਜੇ ਉਹ ਇੱਕੋ ਕਲਾਸ ਦੇ ਨੇ, ਇੱਕ ਦੂਜੇ ਦੇ ਗੁਆਂਢੀ ਨੇ, ਜੇ ਉਹ ਵਾਈਟ ਬॉय ਦਾ ਲੜਕੇ ਜਿਹੜੇ ਵਾਈਟ ਬॉय ਦੇ ਆਰਡਰ ਹੈ ਉਹਨੂੰ ਕਿਉਂ ਫੋਲੋ ਕਰ ਰਹੇ? Was it that even at his early age he sensed that in his own country he would be at the white man's beck and call? कि यह शुरू तो ही मतलब देखो जो छोटे हैं
ਕਿ ਅਜੇ ਛੋਟੇ ਹੋਣ ਤੋਂ ਹੀ ਉਹਨੇ ਇਹ ਮਹਿਸੂਸ ਕਰ ਲਿਆ, ਉਸ ਬਲੈਕ ਬॉय ਨੇ ਸੈਂਸ ਕਰ ਲਿਆ ਕਿ ਉਸ ਦੀ ਕੰਟਰੀ ਦੇ ਵਿੱਚ ਉਸ ਨੂੰ ਅੰਗਰੇਜ਼ ਲੋਕਾਂ ਦੀ ਕਮਾਂਡ ਮੰਨਣੀ ਪਊ। ਇੱਥੇ ਇੱਕ ਬੇਟਾ ਫਰੇਜ਼ ਆਇਆ ਹੈ, ਐਟ ਦਾ ਵਾਈਟ ਮੈਨਸ ਬੈਕ ਐਂਡ ਕਾਲ, ਆਇਆ ਨਾ। ਐਕਚੁਅਲੀ ਇਹ ਇੱਕ ਤਰ੍ਹਾਂ ਦਾ ਇਡੀਅਮ ਹੈ, ਇਹਨੂੰ ਆਪਾਂ ਕਹਿੰਦੇ ਆ ਐਟ ਸਮਵਨਸ ਬੈਕ ਐਂਡ ਕਾਲ। ਇੱਥੇ ਸਮਵਨ ਦੀ ਜਗ੍ਹਾ ਤੇ ਕੀ ਪਾਇਆ ਹੋਇਆ ਹੈ, ਵਾਈਟ ਮੈਨ। ਤਾਂ ਐਟ ਸਮਵਨਸ ਬੈਕ ਐਂਡ ਕਾਲ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਬੰਦਾ ਵਿਲਿੰਗ ਹੁੰਦਾ ਹੈ ਕਿਸੇ ਦੂਸਰੇ ਦੀ ਕਮਾਂਡ ਮੰਨਣ ਦੇ ਲਈ ਕਿ ਮੈਂ ਤਾਂ ਉਹਦੀ ਜੀ ਹਜ਼ੂਰੀ ਕਰਨੀ ਹੈ, ਉਸ ਨੂੰ ਆਪਾਂ ਕਹਿੰਦੇ ਆ ਬੈਕ ਐਂਡ ਕਾਲ। ਤਾਂ ਮੁਹਾਵਰਾ ਹੈ ਕਿ ਜਦੋਂ ਕੋਈ ਬੰਦਾ ਕਿਸੇ ਹੋਰ ਬੰਦੇ ਦੀ ਜੀ ਹਜ਼ੂਰੀ ਕਰਨ ਲਈ ਤਿਆਰ ਹੈ, ਉਹਨੂੰ ਆਪਾਂ ਕਹਿੰਦੇ ਆ ਐਟ ਸਮਵਨਸ ਬੈਕ ਐਂਡ ਕਾਲ। ਤਾਂ ਇੱਥੇ ਆਹੀ ਲਾਈਨ ਦਾ ਮਤਲਬ ਹੈ ਕਿ ਕੀ ਇਸ ਡਾਰਕ ਬॉय ਨੇ ਪਹਿਲਾਂ ਹੀ ਸੋਚ ਲਿਆ, ਛੋਟੇ ਹੁੰਦੇ ਹੀ ਸੋਚ ਲਿਆ ਕਿ ਮੈਨੇ ਤਾਂ ਜੀ ਹਜ਼ੂਰੀ ਕਰਨੀ ਹੈ, ਕਿਹਨਾਂ ਦੀ, ਵਾਈਟ ਲੋਕਾਂ ਦੀ, ਅੰਗਰੇਜ਼ ਲੋਕਾਂ ਦੀ ਮੈਂ ਜੀ ਹਜ਼ੂਰੀ ਕਰਨੀ ਹੈ, ਕਰਨੀਓ ਪੈਣੀ ਹੈ, ਤੇ ਮੈਂ ਹੁਣੇ ਤੋਂ ਸ਼ੁਰੂ ਕਰਦਾ। ਹੁਣ ਇਹ ਸਾਰੀਆਂ ਗੱਲਾਂ ਦੇਖੋ ਕਿਹਦੇ ਮਨ ਚ ਆ ਰਹੀਆਂ ਨੇ, ਰਾਈਟਰ ਦੇ ਮਨ ਚ, ਕਿਉਂਕਿ ਉਹਨੇ ਇਹ ਵਰਤਾਰਾ ਦੇਖ ਲਿਆ। ਕੁਡ ਹੀ ਇਨ ਸੱਚ ਯੂਥ ਡਿਵਾਈਨ ਅ ਡਿਫਰੈਂਸ ਬਿਟਵੀਨ ਹਿਮਸੈਲਫ ਐਂਡ ਦਾ ਵਾਈਟ ਬॉय। ਡਾਰਕ ਬॉय ਦੀ ਉਹ ਗੱਲ ਕਰ ਰਿਹਾ ਹੈ, ਕਹਿੰਦੇ ਕਿ ਹਜੇ ਇੰਨੀ ਛੋਟੀ ਉਮਰ ਚ ਹੀ ਉਸਨੇ ਡਿਫਰੈਂਸ ਮਹਿਸੂਸ ਕਰ ਲਿਆ ਆਪਣਾ ਵਾਈਟ ਬॉय ਤੋਂ, ਵੀ ਮੇਰਾ ਕਿੰਨਾ ਡਿਫਰੈਂਸ ਹੈ, ਇੱਕ ਅੰਗਰੇਜ਼ ਲੋਕਾਂ ਦੇ ਬੱਚੇ ਤੇ ਮੇਰੇ ਦੇ ਵਿੱਚ ਕਿੰਨਾ ਫਰਕ ਹੈ, ਕਿ ਉਹਨੇ ਹੁਣੇ ਡਿਫਰੈਂਸ ਇੰਨੀ ਛੋਟੀ ਉਮਰ ਚ ਹੀ ਉਸਨੇ ਸੈਂਸ ਕਰ ਲਿਆ। ਐਂਡ ਡਿਡ ਦਾ ਲਿਟਲ ਵਾਈਟ ਯੰਗਸਟਰ ਸੋ ਯੰਗ such a baby realized that he would grow to dominate the black man। ਅਤੇ ਕੀ ਉਸ ਅੰਗਰੇਜ਼ ਜਿਹੜਾ ਲੜਕਾ ਯੰਗਸਟਰ ਦਾ ਮਤਲਬ ਇੱਥੇ ਚਾਈਲਡ ਤੋਂ ਹੀ ਹੈ, ਉਹ ਜਿਹੜਾ ਅੰਗਰੇਜ਼ ਬੱਚਾ ਹੈ ਉਹ ਹਜੇ ਇੰਨਾ ਛੋਟਾ ਹੈ, ਪਰ ਉਸਨੇ ਹੁਣੇ ਹੀ ਰਿਅਲਾਈਜ਼ ਕਰ ਲਿਆ, ਹੁਣੇ ਮਹਿਸੂਸ ਕਰ ਲਿਆ ਕਿ ਉਹ ਬਲੈਕ ਬੱਚਿਆਂ ਨੂੰ ਡੋਮੀਨੇਟ ਕਰੂਗਾ। ਡੋਮੀਨੇਟ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਦੇ ਉੱਪਰ ਉਹ ਹੁਕਮ ਚਲਾਊਗਾ, ਹੁਕਮ ਚਲਾਉਂਦਾ ਹੀ ਵੱਡਾ ਹੋਊਗਾ। ਗਰੋ ਦਾ ਮਤਲਬ ਹੁੰਦਾ ਵੱਡਾ ਹੋਣਾ, ਤੇ ਡੋਮੀਨੇਟ ਦਾ ਮਤਲਬ ਹੁੰਦਾ ਹੁਕਮ ਚਲਾਣਾ। ਤਾਂ ਬੇਟਾ ਸਾਰੀਆਂ ਗੱਲਾਂ ਦੇਖੋ ਸੈਂਸ ਹੋ ਰਹੀ ਹੈ, ਉਹ ਸਾਰੀਆਂ ਗੱਲਾਂ ਸੋਚ ਰਿਹਾ ਹੈ ਉਹ ਦੋ ਬੱਚਿਆਂ ਨੂੰ ਦੇਖ ਕੇ। Was there an indefinable quality in the white man that enabled his baby? ਕਹਿੰਦੇ ਕਿ ਵਾਈਟ ਮੈਨ ਦੇ ਵਿੱਚ ਕੋਈ ਅਜਿਹੀ ਕੁਆਲਿਟੀ ਹੈ, ਅੰਗਰੇਜ਼ ਲੋਕ ਹੈ ਉਹਨਾਂ 'ਚ ਕੋਈ ਅਜਿਹੀ ਕੁਆਲਿਟੀ ਹੈ ਜਿਹਨੂੰ ਆਪਾਂ ਡਿਫਾਈਨ ਨਹੀਂ ਕਰ ਸਕਦੇ। ਡਿਫਾਈਨ ਦਾ ਮਤਲਬ ਪਰਿਭਾਸ਼ਿਤ ਨਹੀਂ ਕੀਤੀ ਜਾ ਸਕਦੀ। ਇੱਥੇ ਇਨਡਿਫਾਈਨੇਬਲ ਦਾ ਮਤਲਬ ਹੋ ਗਿਆ, ਉਸਦਾ ਐਂਟੋਨੀਮ ਹੋ ਗਿਆ ਡਿਫਾਈਨੇਬਲ ਦਾ, ਜਿਹਨੂੰ ਆਪਾਂ ਅਰਥ ਨਹੀਂ ਦੇ ਸਕਦੇ। smaller and younger than his playmate to make him his slave। ਹਾਲਾਂਕਿ smaller ਹੈ, ਛੋਟਾ ਹੈ, younger ਹੈ, ਉਸ ਨਾਲੋਂ ਉਮਰ 'ਚ ਵੀ 1 ਸਾਲ ਛੋਟਾ। ਆਪਾਂ ਦੇਖਿਆ ਨਾ ਕਿ 1 ਸਾਲ 'ਚ ਵੀ ਛੋਟਾ ਹੈ ਆਪਣੇ ਪਲੇਮੇਟ ਤੋਂ, ਡਾਰਕ ਬॉय ਤੋਂ 1 ਸਾਲ ਛੋਟਾ ਹੈ ਉਹ, ਲੇਕਿਨ ਫਿਰ ਵੀ ਉਹ ਦੇਖੋ ਉਸ ਨੂੰ ਆਪਣਾ ਸਲੇਵ ਬਣਾਉਣ ਦੇ ਲਈ ਤਿਆਰ ਹੈ। ਸਲੇਵ ਦਾ ਮਤਲਬ ਕੀ ਹੁੰਦਾ ਹੈ, ਦਾਸ, ਆਪਣਾ ਗੁਲਾਮ ਬਣਾਉਣ ਦੇ ਲਈ ਤਿਆਰ ਹੈ। ਹੁਣੇ ਉਸਨੇ ਸੋਚ ਲਿਆ। Was there really some difference between a white man and a black man? ਕੀ ਕਹਿੰਦੇ ਕੋਈ ਡਿਫਰੈਂਸ ਵੀ ਹੈ, ਕੋਈ ਅੰਤਰ ਹੈਗਾ ਇੱਕ ਅੰਗਰੇਜ਼ ਲੋਕ ਤੇ ਇੱਕ ਕਾਲੇ ਲੋਕਾਂ ਦੇ ਵਿੱਚ? ਦੇਖੋ ਇਹ ਸਾਰੀਆਂ ਗੱਲਾਂ ਰਾਈਟਰ ਸੋਚੀ ਜਾ ਰਿਹਾ ਹੈ, ਸੋਚਦਾ ਤੁਰ ਰਿਹਾ ਉਹ ਟ੍ਰੈਮਕਾਰ ਵੱਲ। ਸਮਥਿੰਗ ਦੈਟ ਮੇਡ ਦਾ ਵਾਈਟ ਸੁਪੀਰੀਅਰ, ਕਿ ਇਸੇ ਡਿਫਰੈਂਸ ਨੇ ਅੰਗਰੇਜ਼ ਲੋਕਾਂ ਨੂੰ ਸੁਪੀਰੀਅਰ ਬਣਾਤਾ, ਉਹਨਾਂ ਨੂੰ ਜ਼ਿਆਦਾ ਵਧੀਆ ਬਣਾਤਾ। ਆਈ ਕੁਡ ਫਾਈਂਡ ਨੋ ਆਂਸਰ, ਕਹਿੰਦੇ ਮੈਨੂੰ ਇਹਦਾ ਕੋਈ ਆਂਸਰ ਨਹੀਂ ਮਿਲਿਆ। ਇਹ ਸਾਰੀਆਂ ਗੱਲਾਂ ਮੇਰੇ ਦਿਮਾਗ 'ਚ ਚੱਲੀ ਗਈਆਂ, ਸਾਰੇ ਕੁਐਸਚਨ ਮੇਰੇ ਦਿਮਾਗ 'ਚ ਉੱਠੀ ਗਏ, ਪਰ ਮੈਨੂੰ ਆਂਸਰ ਕੋਈ ਨਹੀਂ ਮਿਲਿਆ। ਆਈ ਕੁਡ ਨਾਟ ਬ੍ਰਿੰਗ ਮਾਈ ਸੈਲਫ ਟੂ ਬਿਲੀਵ ਸੱਚ ਅ ਥਿੰਗ, ਕਹਿੰਦੇ ਮੈਂ ਐਦਾਂ ਦੀ ਦੇਖ ਕੇ ਵਿਸ਼ਵਾਸ ਨਹੀਂ ਕਰ ਸਕਿਆ ਕਿ ਮੈਂ ਦੇਖੋ ਛੋਟੇ ਬੱਚਿਆਂ ਦੇ 'ਚ ਵੀ ਇਹ ਜਿਹੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈ ਮੈਂ ਦੇਖ ਰਿਹਾ। ਹੁਣ ਤੁਹਾਨੂੰ ਦੱਸਿਆ ਸੀ ਨਾ ਇਹ ਜਿਹੜਾ ਪਾਰਟ ਹੈ ਇਹ ਕਾਹਦੇ ਬੇਸ ਤੇ ਹੈ, ਰੇਸ਼ੀਅਲ ਡਿਸਕ੍ਰਿਮੀਨੇਸ਼ਨ। ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਮਤਲਬ ਮੈਂ ਕੀ ਦੱਸਿਆ ਤੁਹਾਨੂੰ, ਨਸਲੀ ਵਿਤਕਰਾ। ਕਹਿੰਦੇ ਮੈਂ ਇਹ ਸੋਚ ਰਿਹਾ ਕਿ ਦੇਖੋ ਛੋਟੇ ਬੱਚਿਆਂ 'ਚ ਵੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਆ ਗਈ। ਇੱਕ ਵਾਈਟ ਬॉय ਇੱਕ ਬਲੈਕ ਬॉय ਨੂੰ ਜੋ 4-5 ਸਾਲਾਂ ਦੇ ਬੱਚੇ ਨੇ ਉਹਨੂੰ ਕਮਾਂਡ ਕਰ ਰਿਹਾ, ਉਹਦੀ ਗੱਲ ਮੰਨ ਰਿਹਾ। ਵੱਡੇ ਤਾਂ ਕਰ ਹੀ ਰਹੇ ਨੇ, ਵੱਡਿਆਂ ਦੇ ਵਿੱਚ ਤਾਂ ਇਹ ਡਿਸਕ੍ਰਿਮੀਨੇਸ਼ਨ ਹੈਗੀ ਹੈ, ਉਹ ਤਾਂ ਹੈ ਹੀ ਹੈ, ਲੇਕਿਨ ਛੋਟੇ ਬੱਚੇ 4-5 ਸਾਲਾਂ ਦੀ ਸੋਚਣ ਲੱਗ ਗਏ ਕਿ ਅਸੀਂ ਐਂ ਕਰਨਾ ਹੈ। ਵਾਈਟ ਬॉय ਸੋਚਦਾ ਮੈਨੇ ਤਾਂ ਹੁਕਮ ਚਲਾਣਾ ਹੈ ਕਾਲੇ ਲੋਕਾਂ ਦੇ, ਤੇ ਕਾਲਾ ਬੱਚਾ ਸੋਚਦਾ ਕਿ ਮੈਨੇ ਹੁਕਮ ਨੂੰ ਮੰਨਣਾ ਹੈ। ਵੀ ਉਹਨਾਂ ਨੇ ਇੰਨੀ ਛੋਟੀ ਉਮਰ 'ਚ ਹੀ ਸੋਚ ਲਿਆ। ਇਹ ਕਹਿੰਦਾ ਮੈਂ ਵਿਸ਼ਵਾਸ ਨਹੀਂ ਕਰ ਸਕਿਆ। ਐਂਡ ਯੈਟ ਫਿਰ ਵੀ ਵਿਦ ਮਾਈ ਓਨ ਆਈਜ਼ ਆਈ ਹੈਡ ਸੀਨ ਅ ਲਿਟਲ ਡਾਰਕ ਬॉय ਟੇਕ ਆਰਡਰਸ ਫਰੋਮ ਅ ਲਿਟਲ ਵਾਈਟ ਬॉय। ਕਹਿੰਦੇ ਮੈਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਇੱਕ ਛੋਟਾ ਜਿਹਾ ਡਾਰਕ ਬॉय ਆਪਣੇ ਆਰਡਰ ਇੱਕ ਛੋਟੇ ਜਿਹੇ ਵਾਈਟ ਬॉय ਤੋਂ ਲੈ ਰਿਹਾ ਹੈ। ਹਾਲਾਂਕਿ ਮੈਂ ਵਿਸ਼ਵਾਸ ਨਹੀਂ ਕਰ ਸਕਦਾ ਸੀ, ਪਰ ਮੈਂ ਤਾਂ ਦੇਖ ਲਿਆ। ਕਹਿੰਦਾ a little white boy obviously his social equal and younger and smaller। ਹਾਲਾਂਕਿ ਜਿਹੜਾ ਵਾਈਟ ਬॉय ਸੀਗਾ ਉਹ ਸਮਾਜਿਕ ਤੌਰ ਤੇ ਉਹਦੇ ਤੋਂ ਯੰਗਰ ਹੈ, 1 ਸਾਲ ਛੋਟਾ ਹੈ ਅਤੇ ਕੱਦ 'ਚ ਵੀ ਛੋਟਾ ਹੈ। ਫਿਰ ਵੀ ਮੈਂ ਦੇਖੋ ਗੱਲਾਂ ਦੇਖੀਆਂ। were we as a race really inferior?
ਕਿ ਅਸੀਂ ਐਜ਼ ਅ ਰੇਸ, ਕਿ ਅਸੀਂ ਨਸਲ ਦੇ ਮੁਤਾਬਕ, ਇੱਥੇ ਰੇਸ ਦਾ ਮਤਲਬ ਹੈ ਬੇਟਾ ਨਸਲ, ਕਿ ਅਸੀਂ ਨਸਲੀ ਤੌਰ ਤੇ ਇਨਫੀਰੀਅਰ ਹੈ, ਘਟੀਆ। ਇਨਫੀਰੀਅਰ ਸੁਪੀਰੀਅਰ ਦਾ ਬੇਟਾ ਐਂਟਨੀਮ ਹੈ। ਉੱਪਰ ਦੇਖੋ ਵਰਡ ਆਇਆ ਸੀ ਸੁਪੀਰੀਅਰ, ਸੁਪੀਰੀਅਰ ਦਾ ਮਤਲਬ ਮੈਂ ਤੁਹਾਨੂੰ ਕੀ ਦੱਸਿਆ ਸੀ, ਵਧੀਆ। ਤੇ ਇੱਥੇ ਆਇਆ ਇਨਫੀਰੀਅਰ, ਇਨਫੀਰੀਅਰ ਦਾ ਮਤਲਬ ਮੈਂ ਤੁਹਾਨੂੰ ਕੀ ਦੱਸਿਆ, ਘਟੀਆ। ਇਹ ਦੋਨੇ ਕੀ ਨੇ, ਇੱਕ ਦੂਜੇ ਦੇ ਐਂਟਨੀਮਸ ਨੇ ਜੀ, ਉਲਟ ਭਾਵੀ ਸ਼ਬਦ ਨੇ। ਸੁਪੀਰੀਅਰ ਦਾ ਐਂਟਨੀਮ ਕੀ ਹੁੰਦਾ, ਇਨਫੀਰੀਅਰ। ਕਹਿੰਦੇ ਕੀ ਅਸੀਂ ਇਨਫੀਰੀਅਰ ਹੋ ਗਏ, ਕਿਉਂਕਿ ਤੁਹਾਨੂੰ ਮੈਂ ਦੱਸਿਆ ਨਾ ਕਿ ਜਿਹੜਾ ਰਾਈਟਰ ਹੈ ਖੁਦ ਜਮੈਕਾ ਦਾ ਵਾਸੀ ਹੈ, ਤਾਂ ਇਹ ਸੋਚਦਾ ਕਿ ਕੀ ਅਸੀਂ ਹੁਣ ਅੰਗਰੇਜ਼ ਲੋਕਾਂ ਤੋਂ ਇਨਫੀਰੀਅਰ ਹੋ ਗਏ। ਸੋ ਇਨਫੀਰੀਅਰ that even in our infancy we realized our deficiency and accept our position as the white man servant। ਕਹਿੰਦੇ ਅਸੀਂ ਇੰਨੇ ਘਟੀਆ ਹੋ ਗਏ ਕਿ ਅਸੀਂ ਆਪਣੀ ਇਨਫੈਂਸੀ ਦੇ ਵਿੱਚ, ਇਨਫੈਂਸੀ ਦਾ ਮਤਲਬ ਜਦ ਅਸੀਂ ਛੋਟੇ ਹਾਂ, ਇਨਫੈਂਸੀ ਇੱਥੇ ਤੁਸੀਂ ਬਚਪਨ ਵੀ ਕਹਿ ਲਓ, ਕਿ ਜਦੋਂ ਅਸੀਂ ਛੋਟੀ ਉਮਰ 'ਚ ਹੈ ਉਦੋਂ ਹੀ ਸਾਨੂੰ ਪਤਾ ਲੱਗ ਗਿਆ ਕਿ ਸਾਡੇ 'ਚ ਕਮੀਆਂ ਨੇ। ਡੈਫੀਸ਼ੀਐਂਸੀਜ਼ ਦਾ ਮਤਲਬ ਹੁੰਦਾ ਬੇਟਾ ਕਮੀਆਂ, ਅਤੇ ਇੱਕ ਆਪਣੀ ਅਸੀਂ ਪੋਜੀਸ਼ਨ ਐਕਸੈਪਟ ਕਰ ਲਈ ਕਿ ਅਸੀਂ ਤਾਂ ਅੰਗਰੇਜ਼ ਲੋਕਾਂ ਦੇ ਨੌਕਰ ਬਣ ਕੇ ਰਹਿਣਾ ਹੈ। ਅਸੀਂ ਮੰਨ ਨਹੀਂ ਬੈਠੇ ਹਾਂ, ਅਸੀਂ ਛੋਟੇ ਹੁੰਦੇ ਹੀ ਮੰਨ ਲਿਆ ਕਿ ਅਸੀਂ ਘਟੀਆ ਕਿਸਮ ਦੇ ਹਾਂ, ਸਾਡੀ ਜਿਹੜੀ ਰੇਸ ਹੈ ਉਹ ਇਨਫੀਰੀਅਰ ਹੈ, ਅੰਗਰੇਜ਼ ਲੋਕ ਸਾਡੇ ਤੋਂ ਸੁਪੀਰੀਅਰ ਨੇ। ਅਸੀਂ ਹੁਣ ਹੀ ਮੰਨ ਕੇ ਬੈਠ ਗਏ ਛੋਟੀ ਉਮਰ 'ਚ ਹੀ, ਆਪਣੀ ਇਨਫੈਂਸੀ 'ਚ ਹੀ, ਬਚਪਨ 'ਚ ਹੀ, ਕਿ ਅਸੀਂ ਤਾਂ ਜਿਹੜੇ ਅੰਗਰੇਜ਼ ਲੋਕ ਹੈ ਉਹਨਾਂ ਦਾ ਸਰਵੈਂਟ ਬਣ ਕੇ ਰਹਿਣਾ, ਉਹਨਾਂ ਦੇ ਨੌਕਰ ਬਣ ਕੇ ਰਹਿਣਾ।